ਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਰਾਜਨ ਮਹਾਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਹਰ ਜਨ ਕਉ ਏਹੀ ਸੁਹਾਵੈ, ਭੇਖ ਨਿਕਟ ਕਰ ਸੇਵਾ ਸਤਿਗੁਰ। ਹਰ ਕੀਰਤਨ ਹੀ ਤ੍ਰਿਪਤਾਵੈ, ਰਹਾਉ ਅਮਲਨ ਸਿਓ ਅਮਲੀ ਲਪਟਾਇਓ। ਭੂਮਨ ਭੂਮ ਪਿਆਰੀ, ਖੀਰ ਸੰਗ ਬਾਰਿਕ ਹੈ ਲੀਨਾ। ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮਹਿ ਵਿਦ ਅੰਸੀ ਰਚਿਆ, ਨੈਣ ਦੇਖ ਸੁਖ ਪਾਵਹਿ। ਜੈਸੇ ਰਸਨਾ ਸਾਧ ਲੁਬਾਨੀ, ਤਿਉ ਹਰ ਜਨ ਹਰ ਗੁਣ ਗਾਵਹਿ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਸਰਬ ਕਲਾ ਸਮਰੱਥ ਸਤਿਗੁਰੂ, 10 ਪਾਤਸ਼ਾਹੀਆਂ ਦੇ ਸਰੂਪ
ਗੁਰਤਾ ਗੱਦੀ ਤੇ ਸੁਭਾਏਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਰ ਰੋਜ਼ ਆਪ ਜੀ ਵਿਚਾਰ ਵਿੱਚ ਜੁੜਦੇ ਹੋ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਮੁੱਚੀ ਲੋਕਾਈ ਨੂੰ ਜੋ ਉਪਦੇਸ਼ ਮਿਲਿਆ ਹੈ, ਉਸ ਸ਼ਬਦ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਸੋਰਠ ਰਾਗ ਵਿੱਚ 613 ਅੰਗ ਉੱਪਰ ਇਹ ਅੰਮ੍ਰਿਤਮਈ ਬਚਨ ਸ਼ੋਭਾਏਮਾਨ ਹਨ ਔਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਉਹਨਾਂ ਦੇ ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਚਨ ਕੀਤਾ ਸੀ ਕਿ ਦੋਏ ਤਾਂ ਬਾਣੀ ਕਾ ਬੋਏ ਥਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਰਮਾਰਥ ਨੂੰ ਸਰਲ ਕਰਕੇ ਦੱਸਿਆ ਹੈ, ਨਹੀਂ ਤੇ ਆਮ ਤੌਰ ਤੇ ਅਧਿਆਤਮਕਵਾਦ ਰੂਹਾਨੀਅਤ ਅੰਦਰ ਦੀ ਯਾਤਰਾ ਸੁਰਤੀ ਦਾ ਪੈਂਡਾ ਜਿਹੜਾ ਹੈ ਉਹ ਕਿਸੇ ਦੀ ਸਮਝ ਤੇ ਆਉਣਾ ਅਗਲੀ ਗੱਲ ਹੈ। ਪਹਿਲਾਂ ਉਹਦੀ ਵਿਆਖਿਆ ਹੀ ਕਹਿਣ ਲੱਗਿਆਂ ਬਹੁਤ ਕਠਿਨ ਹੋ ਜਾਂਦੀ ਤੇ ਮਨੁੱਖ ਦਾ ਮਨ ਉਹਦੀ ਪਕੜ ਨਹੀਂ ਕਰਦਾ। ਪਹਿਲਾਂ ਵੀ ਗਿਆਨ ਸੀ ਇਸ ਧਰਤੀ ਤੇ, ਆਤਮਾ ਦੀ ਵਿਆਖਿਆ ਸੀ, ਚੇਤਨਾ ਦੀ ਗੱਲ ਕੀਤੀ ਜਾਂਦੀ ਸੀ, ਪਰਮਾਤਮਾ ਦੀ ਵਿਆਖਿਆ ਸੀ, ਪਰ ਬੜੀ ਕਠਿਨ ਸੀ। ਸਤਿਗੁਰੂ ਨੇ ਤਰਸ ਕੀਤਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਅੰਦਰਲੇ ਸਰੂਪ ਨੂੰ ਜੋ ਸਾਡੇ ਵਿੱਚ ਮੌਜੂਦ ਹੈ ਇਸ ਤਰ੍ਹਾਂ ਦੀ ਸਰਲ ਭਾਸ਼ਾ ਵਿੱਚ ਬਿਆਨ ਕੀਤਾ ਵੀ ਇੱਕ ਆਮ ਕੰਮ ਕਰਨ ਵਾਲੇ ਨੂੰ ਪਤਾ ਲੱਗ ਜਾਏ ਕਿ ਪਰਮਾਤਮਾ ਦਾ ਰਸਤਾ ਕੀ। ਅੱਜ ਦੇ ਸ਼ਬਦ ਵਿੱਚ ਹਜੂਰ ਨੇ ਕਈ ਉਦਾਹਰਨਾਂ ਦਿੱਤੀਆਂ ਨੇ। ਇਹਦੇ ਪਿੱਛੇ ਇੱਕੋ ਹੀ ਅੰਦਰ ਦੀ ਸਾਧਨਾ ਕੰਮ ਕਰਦੀ ਏ। ਉਹਨੂੰ ਕਹਿੰਦੇ ਨੇ ਨਿਸ਼ਚਾ ਕਰ ਲੈਣਾ, ਇਰਾਦਾ ਕਰ ਲੈਣਾ, ਪੱਕੀ ਤਰ੍ਹਾਂ ਅੰਦਰ ਫੈਸਲਾ ਕਰ ਲੈਣਾ ਤੇ ਮਨ ਦਾ 100% ਤਿਆਰ ਹੋ ਜਾਣਾ। ਜਿਸ ਕੰਮ ਨੂੰ ਤੁਰਿਆ ਉਹਦੇ ਵਾਸਤੇ ਜਿੰਦ ਤੱਕ ਲਾ ਦੇਣੀ। ਇਹ ਇੱਕ ਉਦਾਹਰਨਾਂ ਦਿੱਤੀਆਂ ਨੇ, ਕਿਉਂਕਿ ਇਹ ਸ਼ਬਦ ਜੋ ਹੈ ਇਹ ਕਿਸੇ ਦੇ ਸਵਾਲ ਦੇ ਜਵਾਬ ਵਿੱਚ ਵੀ ਉਚਾਰਿਆ ਗਿਆ ਹੈ। ਸਾਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ। ਕਿਸੇ ਨੇ ਪੁੱਛਿਆ ਕਿ ਪਰਮਾਤਮਾ ਆਪ ਜੀ ਨੂੰ ਕਿਵੇਂ ਮਿਲਿਆ ਜਾਂ ਇੱਕ ਜਗਿਆਸੂ ਨੂੰ ਕਿਵੇਂ ਮਿਲ ਸਕਦਾ ਹੈ, ਤੇ ਸਤਿਗੁਰੂ ਨੇ ਇੱਕ ਲਫ਼ਜ਼ ਵਰਤਿਆ ਪਿਆਸ, ਇੱਕ ਲਫ਼ਜ਼ ਵਰਤਿਆ ਭੁੱਖ। ਇਹ ਦੋ ਸ਼ਬਦ ਵਰਤੇ ਨੇ ਸਮਝਾਉਣ ਵਾਸਤੇ। ਹਜੂਰ ਨੇ ਕਿਹਾ ਅਕਾਲ ਪੁਰਖ ਦੇ ਦਰ ਤੱਕ ਪਹੁੰਚਣ ਵਾਸਤੇ ਕੋਈ ਸਮਾਂ ਫਿਕਸ ਨਹੀਂ ਹੈ, ਕੋਈ ਦਿਨ ਫਿਕਸ ਨਹੀਂ ਹਨ, ਕੋਈ ਸਾਲਾਂ ਦਾ ਪਤਾ ਨਹੀਂ, ਬਸ ਇੱਕ ਚੀਜ਼ ਤੇ ਆਧਾਰਿਤ ਹੈ। ਜਿੰਨੀ ਜਗਿਆਸੂ ਦੀ ਭੁੱਖ ਤੇ ਪਿਆਸ ਤੇਜ਼ ਹੋਵੇਗੀ ਪਰਮਾਤਮਾ ਵਾਸਤੇ ਓਨਾ ਸਮਾਂ ਘੱਟ ਲੱਗੇਗਾ, ਤੇ ਜਿੰਨਾ ਪਿਆਸ ਘੱਟ ਹੋਵੇਗੀ ਓਨਾ ਸਮਾਂ ਵੱਧ ਜਾਏਗਾ। ਤੇ ਜੇ ਪਿਆਸ ਅਧੂਰੀ ਹੈ ਫਿਰ ਤਾਂ ਕਈ ਯੁੱਗ ਬੀਤ ਜਾਂਦੇ ਨੇ, ਬੰਦ ਤੈਅ ਹੀ ਨਹੀਂ ਹੁੰਦਾ। ਸਤਿਗੁਰੂ ਨੇ ਇੱਕ ਬਚਨ ਅਖੀਰ ਤੇ ਜਵਾਬ ਦਿੱਤਾ ਹੈ ਕਿ ਅਕਾਲ ਪੁਰਖ ਦੇ ਦਰ ਤੇ ਜਾਂ ਧਰਮ ਦੇ ਮਾਰਗ ਤੇ ਪਰਮਾਤਮਾ ਦੇ ਰਸਤੇ ਤੇ ਕਾਮਯਾਬੀ ਕਿਵੇਂ ਮਿਲਦੀ, ਉਹ ਕਿਹੜੀ ਚੀਜ਼ ਹੈ, ਕਿਹੜੀ ਅੰਦਰ ਦੀ ਭਾਵਨਾ ਹੈ ਜਿਹਦੇ ਕਰਕੇ ਕਾਮਯਾਬੀ ਹਾਸਲ ਹੋ ਜਾਂਦੀ ਹੈ। ਸਤਿਗੁਰੂ ਨੇ ਉੱਥੇ ਬਚਨ ਕੀਤਾ ਹੈ ਜੈਸੀ ਭੂਖ ਤੈਸੀ ਕਾ ਪੂਰਖ। ਧਿਆਨ ਨਾਲ ਸੁਣਨਾ, ਭੁੱਖ ਤੇ ਗੱਲ ਕੀਤੀ। ਪਰਮਾਤਮਾ ਵੇਖੋ ਸਤਿਗੁਰੂ ਜੀ ਦੇ ਘਰ ਦੇ ਵਿੱਚ ਹੈ ਸਾਰਾ ਕੁਝ,
ਮਿਲੇਗਾ ਉਹ ਜਿਹੜੀ ਸਾਡੀ ਭੁੱਖ ਹੈ। ਇੱਥੇ ਦੋ ਸ਼ਬਦ ਨੇ, ਭੁੱਖ ਤੇ ਪਿਆਸ। ਅੱਗੇ ਸ਼ਬਦ ਵਰਤਿਆ ਨਾਨਕ ਪਿਆਸ ਲੱਗੀ ਦਰਸ਼ਨ ਕੀ। ਜਿਨ੍ਹਾਂ ਨੂੰ ਜਿਹੜੀ ਪਿਆਸ ਲੱਗੀ ਹੈ ਇੱਥੋਂ ਉਹ ਹੀ ਪੂਰੀ ਹੋਣੀ ਹੈ, ਦੂਜੀ ਪਿਆਸ ਜਿਹੜੀ ਹੈ ਨਹੀਂ ਇੱਥੋਂ ਨਹੀਂ ਮਿਲਦਾ। ਹੈ ਇਸ ਘਰ ਵਿੱਚ ਸਭ ਕੁਝ। ਤੇ ਮਨੁੱਖ ਦੇ ਮਨ ਦੀ ਤਸਵੀਰ ਦਾ ਪਤਾ ਕਿੱਥੋਂ ਲੱਗੇਗਾ, ਇਹਦਾ ਮਨ ਕਿਵੇਂ ਦਾ ਹੈ? ਤਨ ਤੇ ਸਾਹਮਣੇ ਆ ਜਾਏਗਾ ਕੈਮਰੇ ਵਿੱਚ, ਮਨ ਕਿਵੇਂ ਦਾ ਹੈ? ਮਨ ਇਹਦਾ ਦੋ ਚੀਜ਼ਾਂ ਤੋਂ ਚਿਤਰਿਆ ਵੇਖਿਆ ਜਾ ਸਕਦਾ ਹੈ। ਇੱਕ ਆਦਮੀ ਸਵਾਲ ਕਿਵੇਂ ਦਾ ਕਰਦਾ ਹੈ, ਇੱਕ ਆਦਮੀ ਦੀ ਅਰਦਾਸ ਕਿਵੇਂ ਦੀ ਹੈ। ਦੋ ਚੀਜ਼ਾਂ ਨੇ। ਅਰਦਾਸ ਕਾਹਦੀ ਕਰਦਾ ਹੈ, ਮੰਗਦਾ ਕੀ ਹੈ, ਇਹਦੀ ਇੱਛਾ ਕੀ ਹੈ, ਇਹਦਾ ਪਿਆਸ ਕੀ ਇਹਦੀ। ਸੱਚ ਜਾਣੋ 10 ਪਾਤਸ਼ਾਹੀਆਂ ਹੱਥਾਂ ਵਿੱਚ ਪਰਮਾਰਥ ਲੈ ਕੇ, ਸਾਰਾ ਕੁਝ ਲੈ ਕੇ ਸਾਹਮਣੇ ਖਲੋ ਜਾਣ, ਜਿੰਨਾ ਚਿਰ ਸਿੱਖ ਦੇ ਅੰਦਰ ਪਿਆਸ ਦਾ ਭਾਂਡਾ ਨਹੀਂ ਬਣਿਆ, ਗੁਰੂ ਨਹੀਂ ਦੇ ਸਕਦਾ। ਦੇਗਾ ਤੇ ਡੁੱਲ ਜਾਏਗਾ। ਮੈਂ ਇੱਕ ਸ਼ਬਦ ਬਾਣੀ ਵਿੱਚੋਂ ਕਹਿ ਦੇਣਾ ਆਪ ਜੀ, ਜਿਹਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨੇ ਖੁਸ਼ ਹੋ ਕੇ ਬੰਦੇ ਦੇ ਹੱਥਾਂ ਤੇ ਅੰਮ੍ਰਿਤ ਡੋਲਿਆ ਪਾਇਆ। ਉਹਨੇ ਬੁੱਕ ਵੀ ਕੀਤਾ ਸੀ, ਮੂੰਹ ਨੂੰ ਵੀ ਬੁੱਕ ਲਾਈ ਸੀ। ਗੁਰੂ ਨੇ ਵੇਖਿਆ ਵੀ ਪੀਣਾ ਚਾਹੁੰਦਾ ਹੈ ਅੰਮ੍ਰਿਤ, ਨਾਮ ਪੀਣਾ ਚਾਹੁੰਦਾ, ਪਾ ਦਿੱਤਾ ਹੈ ਅੰਮ੍ਰਿਤ, ਪਾ ਦਿੱਤਾ। ਪਰ ਪੀਣ ਵਾਲੇ ਨੇ ਬੁੱਕ ਤਾਂ ਕੀਤੀ ਸੀ, ਦੂਰੋਂ ਵੇਖਣ ਵਾਲੇ ਨੂੰ ਪਤਾ ਲੱਗਦਾ ਸੀ ਵੀ ਅੰਮ੍ਰਿਤ ਪੀ ਰਿਹਾ ਹੈ, ਤੇ ਗੁਰੂ ਉਹਦੇ ਬੁੱਕ ਵਿੱਚ ਪਾ ਵੀ ਰਿਹਾ ਹੈ। ਪਰ ਪੀਣ ਵਾਲੇ ਨੇ ਅੰਦਰਲਾ ਮਨ ਉਹਦਾ ਤਿਆਰ ਨਹੀਂ ਸੀ। ਇੱਕ ਤੇ ਉਹਨੇ ਹੱਥ ਢਿੱਲੇ ਕਰ ਦਿੱਤੇ, ਇੱਕ ਆਪਣਾ ਮੂੰਹ ਬੰਦ ਕਰ ਦਿੱਤਾ, ਤੇ ਅੰਮ੍ਰਿਤ ਸਾਰਾ ਜ਼ਮੀਨ ਤੇ ਡਿੱਗ ਪਿਆ। ਸਤਿਗੁਰੂ ਜੀ ਦੇ ਬਚਨ ਨੇ ਕਿ ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਕਰ ਦਾ ਅਰਥ ਹੈ ਹੱਥ, ਨਿਸਾਰਿਓ ਦਾ ਅਰਥ ਡੁੱਲ ਜਾਣਾ। ਹੱਥ ਵਿੱਚ ਆਇਆ ਹੋਇਆ ਅੰਮ੍ਰਿਤ ਹੀ ਡੁੱਲ ਗਿਆ। ਕਿਉਂ? ਖਿਸਰ ਗਇਓ, ਡੁੱਲ ਗਿਆ ਥੱਲੇ। ਗੁਰੂ ਨੇ ਨਿਸਾਰਿਓ ਵਾਹਿਗੁਰੂ ਪਾਇਆ ਤੇ ਖਿਸਰ ਗਿਆ, ਖਿਲਰ ਗਿਆ। ਖਿਸਰ ਗਇਓ ਭੂਮ ਪਰ ਡਾਰਿਓ, ਜ਼ਮੀਨ ਤੇ ਡਿੱਗ ਪਿਆ। ਇਹਦੇ ਨਾਲ ਦਾ ਮਿਲਦਾ ਇੱਕ ਸ਼ਬਦ ਹੋਰ ਕਬੀਰ ਸਾਹਿਬ ਜੀ ਕਹਿੰਦੇ ਨੇ। ਉਹ ਕਹਿੰਦੇ ਨੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਮਿਲ ਗਈ ਭੂਮ ਵਿਕਾਰ, ਬਿਨ ਸੰਗਤ ਇਉ ਮਾਨੀ ਹੋਏ ਗਈ ਭੱਠ-ਛਾਰ। ਕਹਿੰਦੇ ਨੇ ਜਦੋਂ ਆਕਾਸ਼ ਵਿੱਚੋਂ ਬੂੰਦ ਡਿੱਗਦੀ ਏ ਉਹ ਬੜੀ ਨਿਰਮਲ ਹੁੰਦੀ ਏ, ਉਹਨੂੰ ਕੋਈ ਮੈਲ ਨਹੀਂ ਲੱਗੀ। ਜਦੋਂ ਬੱਦਲ ਚੜਿਆ ਹੈ ਤੇ ਕਹਿੰਦੇ ਨੇ ਮੀਂਹ ਦਾ ਪਾਣੀ ਸਾਰਿਆਂ ਤੋਂ ਪਵਿੱਤਰ ਹੁੰਦਾ ਹੈ। ਬਾਰਿਸ਼ ਦਾ ਪਾਣੀ ਆਪਾਂ ਹੁਣ ਕਿੰਨੇ ਸਾਧਨ ਵਰਤਨੇ ਆ ਪਾਣੀ ਨੂੰ ਸ਼ੁੱਧ ਕਰਨ ਵਾਸਤੇ, ਤੇ ਅੱਜ ਦੀ ਵੱਡੀ ਸਮੱਸਿਆ ਵੀ ਪਾਣੀ, ਹਵਾ ਤੇ ਖਾਣਾ ਪੀਣਾ ਤਿੰਨੇ ਹੀ ਖਰਾਬ ਹੋ ਗਏ। ਪਰ ਪਰਮਾਤਮਾ ਦਾ ਇੱਕ ਐਸਾ ਨਿਯਮ ਹੈ ਵੀ ਜਿਹੜਾ ਮੀਂਹ ਦਾ ਪਾਣੀ ਡਿੱਗ ਰਿਹਾ ਉਹ ਬੜਾ ਪਵਿੱਤਰ ਤੇ ਸਾਫ਼ ਹੈ। ਕਬੀਰ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਆਕਾਸ਼ ਵਿੱਚੋਂ ਬੂੰਦ ਡਿੱਗੀ ਸੀ, ਬੜੀ ਪਵਿੱਤਰ ਤੇ ਨਿਰਮਲ, ਪਰ ਜਿਉਂ-ਜਿਉਂ ਜ਼ਮੀਨ ਦੇ ਨੇੜੇ ਆਉਂਦੀ ਗਈ, ਇਸ ਹਵਾ ਵਿੱਚ ਉੱਡਦੀ ਹੋਈ ਮਿੱਟੀ ਨੇ ਉਹਦਾ ਸਰੂਪ ਬਦਲਣਾ ਸ਼ੁਰੂ ਕਰ ਦਿੱਤਾ। ਫਿਰ ਜਿੱਥੇ ਡਿੱਗ ਪਈ ਉਹ ਥਾਂ ਕਿਹੜੀ ਸੀ? ਜੇ ਤੇ ਕਿਤੇ ਪਾਣੀ ਦੇ ਸਮੁੰਦਰ ਵਿੱਚ ਡਿੱਗ ਪੈਂਦੀ ਫਿਰ ਤਾਂ ਉਹਦਾ ਮੁੱਲ ਪੈ ਜਾਣਾ ਸੀ, ਉਹਦੀ ਹੋਂਦ ਬਚ ਜਾਣੀ ਸੀ। ਡਿੱਗ ਕਿੱਥੇ ਪਈ? ਕਿਸੇ ਨੇ ਭੱਠਾ ਲਾਇਆ ਸੀ ਇੱਟਾਂ ਵਾਲਾ, ਉਹਦੇ ਵਿੱਚ ਜਾ ਪਈ, ਸੜ ਕੇ ਸਵਾਹ ਹੋ ਗਈ, ਕੱਖ ਨਹੀਂ ਰਿਹਾ ਉਹਦੇ। ਇਹ ਉਦਾਹਰਨ ਹੈ ਸਾਡੇ ਅੰਦਰਲੀ ਆਤਮਾ ਦਾ, ਉਦਾਹਰਨ ਹੈ ਜਦੋਂ ਪਰਮਾਤਮਾ ਨੇ ਸਾਡੇ ਅੰਦਰਲੀ ਜੋਤ ਉੱਤੋਂ ਡੇਗੀ ਸੀ ਇਸ ਜ਼ਮੀਨ ਵੱਲ, ਉਹਦੀ ਬੜੀ ਪਵਿੱਤਰ ਸੀ ਉਸ ਵੇਲੇ। ਉਦੋਂ ਇਹਦੀ ਭੁੱਖ ਵੀ ਸ਼ੁੱਧ ਸੀ, ਇਹਦੀ ਅਰਦਾਸ ਵੀ ਸ਼ੁੱਧ ਸੀ, ਇਹਦੀ ਭੁੱਖ ਬੜੀ ਪਵਿੱਤਰ ਸੀ। ਪਰ ਜਦੋਂ ਇਸ ਸਰੀਰ ਦੇ ਨਾਲ ਇਹਦੀ ਅਟੈਚਮੈਂਟ ਹੋਈ, ਸਾਡੀ ਆਤਮਾ ਦੀ, ਸਰੀਰ ਦੇ ਪ੍ਰਭਾਵਾਂ ਨੇ ਇਹਨੂੰ ਮੈਲਾ ਕਰਨਾ ਸ਼ੁਰੂ ਕਰ ਦਿੱਤਾ। ਸਰੀਰ ਦੇ ਜਿੰਨੇ ਪ੍ਰਭਾਵ ਨੇ ਇਹ ਭੱਠੀ ਹੈ, ਇਸ ਭੱਠੀ ਨੇ ਉਸ ਅੰਦਰਲੀ ਬੂੰਦ ਨੂੰ ਮੈਲਾ ਕਰ ਦਿੱਤਾ। ਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ। ਕਿਸੇ ਨੇ ਪੁੱਛਿਆ ਕਿ ਪ੍ਰਮਾਤਮਾ ਦਾ ਰਸਤਾ ਕਿਹੜਾ ਹੈ? ਮਹਾਰਾਜ ਕਹਿੰਦੇ ਨੇ ਪਿਆਸ ਪੈਦਾ ਕਰ ਲੈ। ਜੇ ਤੇ ਪਿਆਸ ਹੋਵੇਗੀ ਤੇ ਉਹਦੇ ਦਰ ਤੋਂ ਤੈਨੂੰ, ਤੇਰੀ ਝੋਲੀ ਵਿੱਚ ਸਭ ਕੁਝ ਪੈ ਜਾਏਗਾ, ਤੇ ਜੇ ਪਿਆਸ ਨਹੀਂ ਹੋਣੀ ਫਿਰ ਸੱਜਣਾ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏ। ਪਿਆਸ ਕਿੱਥੋਂ ਪੈਦਾ ਹੁੰਦੀ ਹੈ? ਸ਼ਰਧਾ ਵਿੱਚੋਂ ਪੈਦਾ ਹੋਵੇਗੀ। ਠੀਕ ਹੈ, ਗਿਆਨ ਇੱਕ ਪੱਖ ਹੈ ਗੁਰਮਤਿ ਦਾ। ਗਿਆਨ ਦਾ ਅਰਥ ਦੋ ਨੇ ਗਿਆਨ ਦੇ, ਇੱਕ ਪਹਿਲਾ ਗਿਆਨ ਤੇ ਇੱਕ ਅਖੀਰਲਾ ਗਿਆਨ। ਇੱਕ ਗਿਆਨ ਹੈ ਸਮਝਣਾ। ਹੁਣ ਆਪਾਂ ਬੈਠੇ ਆ, ਗੁਰੂ ਕੀ ਬਾਣੀ ਨੂੰ ਸਮਝ ਰਹੇ ਹਾਂ, ਇਹ ਪਹਿਲਾ ਗਿਆਨ ਹੈ।
इस ज्ञान के संपूर्ण होने तो बाद शरधा पैदा होनी चाहिए। शरधा भावना, शरधा का मतलब की है कि जेड़ा ज्ञान गुरु ने दिता है मन ने 100% ਉਹਨੂੰ अंगीकार कर लिया, ਉਹਦਾ कोई अगों ना नुकर नहीं। जो गुरु कहता है वो प्रवान करने ਲਈ ਤਿਆਰ है, ना नहीं करता ਉਹਨੇ ज्ञान समझ लिया। गुर ज्ञान दियो मन समझा, ਉਹਦਾ मन समझ गया। ये पहला ज्ञान है, ये सिर्फ डायरेक्शन है, ये सिर्फ नक्शा है। अजे काम बाकी दो होर रहिंदे ने। हुण इत्थे आके कबीर साहब दा ते काशी दे ब्राह्मणां दा बहुत वड्डा विरोध होया। क्यों? ब्राह्मण कौन सन? ब्राह्मण वो सन जिन्हां कोल परमात्मा दे नक्शे सन, परमात्मा दीयां गल्लां सन, परमात्मा दी डायरेक्शन सी। आत्मा दी उन्हां ने बड़ी व्याख्या कर दित्ती वेदां दे विचों पढ़ पढ़। पर कबीर साहब कहंदे ते कल्ला नक्शा गए भी हो तुसी, किते अगे तुरे भी है हो। बस इत्थे ही आके जेड़ा सिर्फ संसारक ज्ञान वाला मनुख है ओदा रस्ता इत्थे आके बंद हो जाता है ते ओदे तो अगे भगत तुरदा है। भगत शरधा वाले राह ते तुरे। ये सानू समझ लेना चाहिए। जेड़ा असी ये प्रचार कर रहे हैं भी तुसी बाणी नू कल्ला समझ लो, गुरबाणी नू कल्ला समझ लो, ये उन्हां काशी दे ब्राह्मणां दी रीत साडे विच परत के आ गई है। अगला स्टैप असी नहीं चुकिया। हाँ, पहला स्टैप ज्ञान है, इहदे विच कोई शक नहीं। गल नू समझना पेगा, जरूरी है समझना। आपां गुरु घर आए हां, दरबार साहिब दी यात्रा कीती है, इशनान कीता है, उत्थों बख्शां मिलियां, नमस्कार कीती, कीर्तन सुनिया। हुण उन्हें इत्थे विचार तक लैके आउणा भी सतगुरु कह की रहे ने, उन्होंने सुनना बड़ा लाजमी है। कई बारी की हुंदा, मैं एक पक्ष ते बेनती करनी चाहुंदा, कई बारी पूजा दे ज्यादा वधन दे नाल मनुख गुरु दी गल घट सुननी शुरू कर दिंदा है। ये जरूर ध्यान विच रखो। शरधा बड़ी जरूरी है, पर एक गल ख्याल रखना, किते इन्नी पूजा वध जाए कि गुरु की गल सुनन दा सानू ना ध्यान रवे ते ना टाइम लगे। बड़ी चंगी गल है, मैं इहदे पक्ष विच हां भी आपां गुरु घर आउंदे हां, भावें 1000 वारी मत्था टेकीए, 1000 वारी नमस्कार करिए, एक एक वारी कीती हुई गुरु ग्रंथ साहिब नू नमस्कार ओदे दर ते लिखी जांदी है। पर उत्थे सतगुरु एक गल कहंदे ने, नमस्कार करन वालिया 10 मिनट मन टिका के मेरी गल भी सुन लै, किते गल नू अणसुणी करदा ते केवल मत्था टेक के वापस मुड़ जाए। ये दो पक्ष ने। इस करके सच्चे पातशाह जी इत्थे इक्को ही रस्ता दसदे ने कि जे तू इस मार्ग ते तुरना है ते पहला प्यास पैदा कर, जे प्यास नहीं ते सफर तय नहीं होवेगा। फिर आके उलामा ना दई। गुरु साहब ने ऊपर सारी तरह दे लोकां दे उदाहरण दिते ने, जिन्हां दे विच आपो अपने कम्मां दे प्रति बड़ी तीव्रता है। भावें वो कम संसारक ने, पर उदाहरणा उन्हां दियां लईआं विच जेड़े काम जिन्हां कारजां दे विच मनुख दी बड़ी तेज इच्छा है, उहदे विच वो अपनी जिंदगी वार दिंदा है। सब तो पहली गल सच्चे पातशाह जी ने एक राजनीतिक दी कीती है, जेड़ा राज लैण वास्ते हर एक हीला वरतदा है। ये सिर्फ उदाहरण है, 4-5 उदाहरणां ने। एक राजन मैं राजा उरझायो, एक लोभी दी उदाहरण है, ਇਹਦੇ ਤੋਂ ਅੱਗੇ ਅਮਲੀ ਦੀ ਉਦਾਹਰਨ ਹੈ, ਇਹਦੇ ਤੋਂ ਅੱਗੇ ਬੱਚੇ ਦੀ ਦੁੱਧ ਨਾਲ ਪ੍ਰੀਤ ਹੈ, ਇਹਦੇ ਤੋਂ ਅੱਗੇ ਵਿਦਿਆ ਦੀ ਗੱਲ ਹੈ, ਇਸ ਤੋਂ ਅੱਗੇ ਅੱਖਾਂ ਨਾਲ ਵੇਖਣ ਵਾਲੇ ਦੀ ਇੱਛਾ ਹੈ, ਤੇ ਇਸ ਤਰ੍ਹਾਂ ਖਾਣ ਵਾਲੇ ਦਾ ਸਵਾਦ ਵਿੱਚ ਪ੍ਰੇਮ। ਤੇ ਗੁਰੂ ਸਾਹਿਬ ਨੇ ਇਸੇ ਤਰ੍ਹਾਂ 6-7 ਪ੍ਰਕਾਰ ਦੀ ਇੱਛਾ ਦਾ ਜ਼ਿਕਰ ਕਰਕੇ ਉਹਨਾਂ ਵੱਲ ਉਦਾਹਰਨਾਂ ਦਿੱਤੀਆਂ ਨੇ ਕਿ ਪਰਮਾਤਮਾ ਦੇ ਰਾਹ ਤੇ ਤੁਰਨ ਵਾਲਿਆ ਇਹਨਾਂ ਵੱਲ ਵੇਖ, ਇਹ ਆਪੋ ਆਪਣੇ ਕੰਮ ਦੇ ਵਿੱਚ ਕਿਵੇਂ ਦਿਨ ਰਾਤ ਲੱਗੇ ਹੋਏ। ਇੱਕ ਰਾਜਾ ਹੈ, ਉਹਨੂੰ ਨੀਂਦ ਨਹੀਂ ਆਉਂਦੀ ਵੀ ਕੁਰਸੀ ਨਾ ਖੁੱਸ ਜਾਏ, ਦਿਨ ਰਾਤ ਲੱਗਾ। ਵੇਖੋ ਇਹਦੇ ਵਿੱਚ ਕੁਝ ਕਰਮ ਨੇ ਜਿਨ੍ਹਾਂ ਨੂੰ ਮਹਾਰਾਜ ਦੀ ਹਮਾਇਤ ਨਹੀਂ, ਤੇ ਕਈਆਂ ਨੂੰ ਹਮਾਇਤ ਹੈ। ਇੱਥੇ ਇਹ ਨਹੀਂ ਅਰਥ ਵੀ ਸਿੱਖ ਦੇ ਕੋਲ ਰਾਜਨੀਤੀ ਨਹੀਂ ਹੋਣੀ ਚਾਹੀਦੀ। ਰਾਜਨੀਤੀ ਸਿੱਖ ਦੇ ਜੀਵਨ ਦਾ ਇੱਕ ਅੰਗ ਹੈ,
ਪਰ ਪਹਿਲਾਂ ਉਹਨੂੰ ਉਹ ਚੈੱਕ ਕਰ ਲਵੇ ਕਿ ਉਹ ਰਾਜਨੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਹੈ ਜਾਂ ਉਹਨੂੰ ਮੈਂ ਆਪਣੀ ਮਰਜ਼ੀ ਨਾਲ ਲਾਗੂ ਕਰ ਦਿੱਤਾ ਹੈ। ਇਹ ਦੋ ਪੱਖ ਨੇ। ਚੀਜ਼ ਮਾੜੀ ਨਹੀਂ ਹੈ, ਵਸਤੂ ਉਹੀ ਹੈ, ਉਹੀ ਗੁੜ ਹੈ। ਉਸ ਗੰਨੇ ਦੇ ਰਸ ਤੋਂ ਬਣਿਆ ਹੋਇਆ ਗੁੜ ਜਦੋਂ ਆਪਾਂ ਉਹਨੂੰ ਠੀਕ ਢੰਗ ਦੇ ਨਾਲ ਖਾਂਦੇ ਆ ਤੇ ਉਹ ਗੁੜ ਸਰੀਰ ਦੇ ਵਿੱਚ ਤੰਦਰੁਸਤੀ ਪੈਦਾ ਕਰਦਾ ਹੈ। ਉਸੇ ਗੁੜ ਨੂੰ ਗਾਲ ਕੇ ਉਹਦੀ ਲਾਣ ਬਣਾ ਕੇ ਸ਼ਰਾਬ ਪੀ ਕੇ ਮਨੁੱਖ ਤੁਰਦਾ ਹੈ ਤੇ ਕਰਮ ਵੀ ਮਾੜੇ ਕਰਦਾ ਤੇ ਸਰੀਰ ਦਾ ਵੀ ਨੁਕਸਾਨ ਕਰਦਾ। ਚੀਜ਼ ਤੇ ਇੱਕੋ ਹੀ ਹੈ ਨਾ, ਦੋ ਵਸਤੂਆਂ ਨੇ। ਇੱਥੇ ਮਹਾਰਾਜ ਰਾਜਿਆਂ ਦਾ ਜ਼ਿਕਰ ਕਰਦੇ। ਰਾਜ ਮਾੜਾ ਨਹੀਂ, ਜਨਕ ਨੇ ਵੀ ਰਾਜ ਕੀਤਾ ਹੈ। ਜਨਕ ਨੇ ਰਾਜ ਕੀਤਾ, ਹੋਰ ਕਿੰਨੇ ਲੋਕ ਹੋਏ ਨੇ ਜਿਨ੍ਹਾਂ ਨੇ ਇਨਸਾਫ ਕੀਤਾ, ਜਿਨ੍ਹਾਂ ਨੇ ਆਪਣਾ ਹੱਕ ਵਰਤਿਆ ਤੇ ਦੂਜੇ ਨੂੰ ਆਪਣਾ ਹੱਕ ਵਰਤਨ ਦਿੱਤਾ। ਇਹ ਰਾਜੇ ਦਾ ਸਭ ਤੋਂ ਵੱਡਾ ਜਿਹੜਾ ਗੁਰੂ ਸਾਹਿਬ ਨੇ ਗੁਣ ਦੱਸਿਆ ਬਾਣੀ ਦੇ ਵਿੱਚ, ਜਿਹਦੇ ਕੋਲ ਰਾਜਨੀਤਿਕ ਸ਼ਕਤੀ ਹੈ ਉਹਦਾ ਕੀ ਗੁਣ ਹੈ ਤੇ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਕਿਵੇਂ ਹੋਵੇਗਾ। ਕੋਈ ਇਸ ਤਰ੍ਹਾਂ ਦਾ ਵੀ ਰਾਜਾ ਹੋਵੇਗਾ ਜਿਹਦੇ ਵਾਸਤੇ ਪ੍ਰਜਾ ਅਰਦਾਸ ਕਰਦੀ ਹੋਵੇ, ਜਿਹਦੀ ਉਮਰ ਲੰਮੀ ਹੋਵੇ, ਤੇ ਉਹ ਵੀ ਰਾਜੇ ਨੇ ਜਿਹੜੇ ਸਵੇਰੇ ਉੱਠ ਕੇ ਇਹ ਅਖਬਾਰ ਪੜ੍ਹਦੇ ਨੇ ਵੀ ਗਿਆ ਹੈ ਕਿ ਨਹੀਂ ਗਿਆ, ਕਿਉਂ, ਕਾਰਨ ਕੀ ਹੈ। ਲੋਕਾਂ ਦੇ ਮਨ ਵਿੱਚ ਵਸਣ ਵਾਲਾ ਰਾਜਨੀਤਿਕ ਮਨੁੱਖ ਉਹ ਕਿਵੇਂ ਬਣਦਾ ਹੈ? ਉਹ ਆਪਣੇ ਹੱਕ ਦੀ ਵਰਤੋਂ ਆਪ ਕਰਦਾ ਹੈ ਤੇ ਕਦੀ ਕਿਸੇ ਦੇ ਹੱਕ ਨਹੀਂ ਖੋਹਦਾ। ਉਸ ਰਾਜ ਦੇ ਵਿੱਚ ਕਦੀ ਬਗਾਵਤ ਨਹੀਂ ਹੋਵੇਗੀ, ਉਸ ਰਾਜ ਵਿੱਚ ਕਦੀ ਵਿਰੋਧ ਨਹੀਂ ਹੋਵੇਗਾ। ਆ 40 ਸਾਲ ਰਾਜ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਨੇ। ਮੈਂ ਉਹਨਾਂ ਦੀ ਪਰਸਨਲ ਜੀਵਨ ਬਾਰੇ ਨਹੀਂ ਗੱਲ ਕਰ ਰਿਹਾ, ਉਹ ਵੱਖਰਾ ਹੈ, ਪਰ ਉਹਨਾਂ ਦਾ ਕਾਰਜ ਖੇਤਰ ਮੈਂ ਕਹਿ ਰਿਹਾ ਵੀ ਉਸ 40 ਸਾਲਾਂ ਦੇ ਰਾਜ ਦੇ ਵਿੱਚ ਪ੍ਰਜਾ ਦੇ ਕਿਸੇ ਵਿਅਕਤੀ ਨੇ ਕਦੀ ਵਿਖਾਵਾ ਨਹੀਂ ਕੀਤਾ, ਕਦੀ ਵਿਰੋਧ ਨਹੀਂ ਕੀਤਾ, ਕਦੀ ਸੜਕ ਨਹੀਂ ਰੋਕੀ। ਉਹ ਸਫਲ ਹੈ। ਇਸ ਮਾਰਗ ਦੇ ਵਿੱਚ ਜਾਂਚ ਸਿੱਖਣੀ ਚਾਹੀਦੀ ਕਿ ਕਦੀ ਕਿਸੇ ਨੇ ਵਿਰੋਧ ਕਿਉਂ ਨਹੀਂ ਕੀਤਾ। ਵਿਰੋਧ ਪੈਦਾ ਕਿੱਥੋਂ ਹੁੰਦਾ ਹੈ? ਜਦੋਂ ਇਨਸਾਫ ਖਤਮ ਹੋ ਜਾਂਦਾ ਹੈ, ਜਦੋਂ ਗਲਤ ਦਖਲ ਅੰਦਾਜ਼ੀ ਹੁੰਦੀ ਹੈ, ਜਦੋਂ ਹੱਕ ਖੋਏ ਜਾਂਦੇ ਨੇ, ਉਸ ਵੇਲੇ ਇਹ ਰਸਤੇ ਬਦਲ ਜਾਂਦੇ ਨੇ। ਪਰ ਇੱਥੇ ਮਹਾਰਾਜ ਨੇ ਕੇਵਲ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਨੇ ਇੱਕ ਰਾਜਾ ਆਪਣੇ ਰਾਜ ਨੂੰ ਬਚਾਉਣ ਵਾਸਤੇ ਦਿਨ ਰਾਤ 100% ਜ਼ੋਰ ਲਾ ਦਿੰਦਾ ਹੈ, ਨੀਂਦ ਪੂਰੀ ਨਹੀਂ ਕਰਦਾ। ਤੇ ਰਾਜਿਆਂ ਨੇ ਤੇ ਰਾਜ ਬਚਾਉਣ ਵਾਸਤੇ ਔਰੰਗਜ਼ੇਬ ਦੀ ਗੱਲ ਹੈ, ਭਰਾ ਮਾਰ ਦਿੱਤੇ, ਪਿਤਾ ਮਾਰ ਦਿੱਤਾ। ਇੱਕ ਸਿਰਫ ਉਦਾਹਰਨ ਹੈ, ਇਹ ਨਹੀਂ ਵੀ ਉਹਦਾ ਕਰਮ ਠੀਕ ਹੈ। ਉਹਦਾ ਟਾਰਗੇਟ ਹੈ ਮੈਂ ਰਾਜ ਲੈਣਾ ਹੈ, ਮੈਂ ਰਾਜ ਕਾਇਮ ਕਰਨਾ ਹੈ, ਭਾਵੇਂ ਇਹਦੇ ਵਾਸਤੇ ਮੈਨੂੰ ਕੁਝ ਵੀ ਕਰਨਾ ਪੈ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦਾ ਉਦਾਹਰਨ ਲੈ ਰਹੇ ਨੇ। ਜੇ ਤੂੰ ਭਗਤੀ ਕਰਨੀ ਹੈ ਤੇ ਉਹਨਾਂ ਨਿਸ਼ਚਾ, ਓਨੀ ਇੱਛਾ ਸ਼ਕਤੀ ਅੰਦਰ, ਉਹਨਾਂ ਤੇਰੇ ਵਿੱਚ ਤਾਕਤ ਹੋਣੀ ਚਾਹੀਦੀ ਹੈ। ਤੇ ਜੇ ਤੂੰ ਢਿੱਲਾ ਮੱਠਾ ਜਾ ਕੀਤਾ ਤੇ ਫਿਰ ਇਸ ਰਾਹ ਤੇ ਕੱਖ ਨਹੀਂ ਮਿਲਣਾ। ਉਹ ਕਿੰਨੀ ਮਿਹਨਤ ਕਰ ਰਿਹਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸੰਬੰਧ ਵਿੱਚ ਇਥੋਂ ਬਚਨ ਸ਼ੁਰੂ ਕਰਦੇ ਨੇ। ਇੱਕ ਇੱਕ ਬਚਨ ਬਈ ਇਹਨਾਂ ਲੋਕਾਂ ਦੇ ਵਿੱਚ ਆਪਣੇ ਕੰਮ ਦੇ ਪ੍ਰਤੀ ਕਿੰਨੀ ਨਿਸ਼ਠਾ ਹੈ, ਕਿੰਨਾ ਪ੍ਰੇਮ ਹੈ, ਕਿਵੇਂ ਕਰਦੇ ਨੇ। ਸੌਖਾ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਜੇ ਇੱਕ ਧਾਰਮਿਕ ਮਨੁੱਖ ਧਰਮ ਦੇ ਰਾਹ ਤੇ ਤੁਰਨਾ ਚਾਹੁੰਦਾ ਹੈ, ਉਹਨੂੰ ਇਹਨਾਂ ਲੋਕਾਂ ਦੀ ਬਿਰਤੀ ਵੱਲ ਵੇਖਣਾ ਚਾਹੀਦਾ ਹੈ ਵੀ ਉਹ ਕਿਹੜੇ ਪਿਆਰ ਵਿੱਚ, ਕਿੰਨੇ ਇਕਾਗਰ ਚਿੱਤ ਹੋ ਕੇ, ਕਿੰਨੇ ਧਿਆਨ ਦੇ ਵਿੱਚ ਤੁਰਦੇ ਨੇ। ਸਤਿਗੁਰੂ ਜੀ ਇਥੋਂ ਬਚਨ ਆਰੰਭ ਕਰਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਸਤਿਗੁਰੂ ਜੀ ਨੇ ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਆਰੰਭ ਕੀਤੇ ਨੇ। ਕਹਿੰਦੇ ਐ ਧਰਮ ਦੇ ਮਾਰਗ ਤੇ ਤੁਰਨ ਵਾਲੇ ਮਨੁੱਖ, ਉਸ ਰਾਜੇ ਵੱਲ ਵੇਖ ਜਿਹੜਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਪੂਰਾ ਜ਼ੋਰ ਲਾ ਕੇ ਆਪਣੇ ਰਾਜ ਨੂੰ ਬਚਾਉਣਾ ਚਾਹੁੰਦਾ ਹੈ। ਜਿੱਦਣ ਤੇਰੇ ਅੰਦਰ ਗੁਰੂ ਨੂੰ ਖੁਸ਼ ਕਰਨ ਵਾਸਤੇ ਇੰਨੀ ਸ਼ਕਤੀ ਆ ਗਈ
ਇੰਨਾ ਪਿਆਰ ਪੈਦਾ ਹੋ ਗਿਆ, ਉਸ ਦਿਨ ਤੂੰ ਕਾਮਯਾਬ ਹੋ ਜਾਏਗਾ। ਰਾਜਨ ਮੈਂ, ਰਾਜ ਨੂੰ ਕਾਇਮ ਕਰਨ ਵਾਸਤੇ ਰਾਜਾ ਉਲਝਾਇਓ, ਉਲਝਿਆ ਹੋਇਆ, ਆਪਣੀ ਜਿੰਦ ਦੀ ਪਰਵਾਹ ਨਹੀਂ ਕਰਦਾ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ, ਖਤਰਾ ਮੁੱਲ ਲੈ ਲੈਂਦਾ ਹੈ, ਸਾਰੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਹੈ। ਜਿੱਦਣ ਤੇਰੇ ਅੰਦਰ ਇਸ ਤਰ੍ਹਾਂ ਦੀ ਬਿਰਤੀ, ਆਪਾਂ ਜੋੜ ਕੇ ਅਰਥ ਕਰਨੇ ਨੇ ਸਾਰੇ ਦੇ, ਜਿੱਦਣ ਤੇਰੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪੈਦਾ ਹੋਗੀ, ਉਸ ਰਾਜੇ ਜਿੰਨੀ ਇੱਛਾ ਸ਼ਕਤੀ, ਨਿਸ਼ਚਾ ਪੈਦਾ ਹੋ ਗਿਆ, ਪਿਆਸ ਪੈਦਾ ਹੋ ਗਈ, ਭੁੱਖ ਪੈਦਾ ਹੋ ਗਈ, ਉਸ ਦਿਨ ਇਸ ਮਾਰਗ ਤੇ ਤੂੰ ਕਾਮਯਾਬ ਹੋ ਜਾਏਗਾ। ਰਾਜਨ ਮਹਿ ਰਾਜਾ ਉਲਝਾਇਓ, ਉਲਝਿਆ ਹੋਇਆ ਹੈ ਰਾਜ ਨੂੰ ਪ੍ਰਾਪਤ ਕਰਨ ਵਾਸਤੇ ਤੇ ਆਪਣੇ ਕੋਲ ਰੱਖਣ ਵਾਸਤੇ। ਹਜੂਰ ਕਹਿੰਦੇ ਮਾਨਨ ਮਹਿ ਅਭਿਮਾਨੀ, ਆਪਣੀ ਹਉਮੈ ਨੂੰ ਬਚਾਉਣ ਵਾਸਤੇ। ਜਿਵੇਂ ਇੱਕ ਹੰਕਾਰੀ ਬੰਦਾ ਦਿਨ ਰਾਤ ਇਹ ਉਪਰਾਲੇ ਕਰਦਾ ਰਹਿੰਦਾ ਹੈ ਬਈ ਲੋਕ ਮੇਰੀ ਵਡਿਆਈ ਕਰਨ, ਲੋਕ ਮੇਰੀ ਉਸਤਤ ਕਰਨ, ਇਸ ਢੰਗ ਨਾਲ ਜਿੱਦਣ ਗੁਰੂ ਕਾ ਪਿਆਰਾ ਇੰਨੀ ਤੀਬਰਤਾ ਦੇ ਨਾਲ, ਇੱਛਾ ਦੇ ਨਾਲ, ਨਿਸ਼ਠਾ ਦੇ ਨਾਲ ਗੁਰੂ ਕੇ ਮਾਰਗ ਤੇ ਤੁਰਦਾ ਹੈ। ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਲੋਭਨ ਮਹਿ ਲੋਭੀ ਲੋਭਾਇਓ, ਜਿਵੇਂ ਇੱਕ ਲੋਭੀ ਵਿਅਕਤੀ ਮਾਇਆ ਦੇ ਪਿੱਛੇ ਦਿਨ ਰਾਤ ਦੌੜ ਰਿਹਾ, ਭਾਵੇਂ ਸਰੀਰ ਬਿਮਾਰ ਹੈ ਤਾਂ ਵੀ ਦੁਕਾਨ ਖੋਲ ਕੇ ਬੈਠਾ, ਭਾਵੇਂ ਥੱਕ ਗਿਆ ਤਾਂ ਵੀ ਆਪਣੇ ਕੰਮ ਦੇ ਵਿੱਚ, ਥਕਾਵਟ ਵਿੱਚ ਵੀ, ਨੀਂਦ ਵਿੱਚ ਵੀ ਜਾ ਰਿਹਾ। ਲੋਭਣ ਮੈਂ ਲੋਭੀ ਉਲਝਾਇਓ, ਲੋਭ ਦੇ ਵਿੱਚ ਜਿਵੇਂ ਲੋਭੀ ਵਿਅਕਤੀ ਉਲਝਿਆ ਹੋਇਆ। ਜਿੱਦਣ ਇਹ ਬਿਰਤੀ ਪੈਦਾ ਹੋ ਜਾਏਗੀ ਅੰਦਰ, ਉਹ ਇੱਛਾ ਸ਼ਕਤੀ ਪੈਦਾ ਹੋ ਜਾਏਗੀ, ਉਸ ਦਿਨ ਇਹ ਦਾਤ ਮਿਲੇਗੀ, ਉਸ ਦਿਨ ਇਹ ਬਖਸ਼ਿਸ਼ ਮਿਲੇਗੀ। ਲੋਭਣ ਮਹਿ ਲੋਭੀ ਲੋਭਾਇਓ, ਜਿਵੇਂ ਲੋਭੀ ਬੰਦੇ ਨੂੰ ਦਿਨ ਰਾਤ ਅੰਦਰ ਮਾਇਆ ਦੀ ਚਿਤਵਣੀ ਲੱਗੀ ਰਹਿੰਦੀ, ਕਿਉਂ ਹਰ ਰੰਗ ਰਚੇ ਗਿਆਨੀ, ਇੱਕ ਗਿਆਨਵਾਨ ਪੁਰਸ਼ ਦੀ ਇੱਛਾ ਦੇ ਨਾਲ ਇਸ ਮਾਰਗ ਤੇ ਕਾਮਯਾਬ ਹੁੰਦਾ ਹੈ ਜੀ। ਹਰ ਜਨ ਕੋ ਇਹੀ ਸੁਹਾਵੈ। ਹਰ ਜਨ, ਹਰੀ ਦਾ ਜਨ, ਜਨ ਦਾ ਮਤਲਬ ਜਿਹਦਾ ਜਨਮ ਹੋ ਗਿਆ। ਹਰੀ ਜਨ ਸ਼ਬਦ ਵੈਸੇ ਜਾਤ ਨਾਲ ਜੋੜ ਦਿੱਤਾ ਗਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਨ ਦਾ ਮਤਲਬ ਕੀ ਹੈ? ਹਰ ਜਨ ਜਿਹਦਾ ਜਨਮ ਪਰਮਾਤਮਾ ਦੇ ਘਰ ਵਿੱਚ ਹੋ ਗਿਆ, ਉਹਨੂੰ ਹਰੀ ਜਨ ਕਿਹਾ ਗਿਆ। ਹਰ ਜਨ ਕੋ ਇਹੀ ਸੁਹਾਵੈ, ਹਰ ਜਨ ਕੋ ਇਹੀ ਸੁਹਾਵੈ, ਇਹੀ ਚੰਗਾ ਲੱਗਦਾ, ਇਹੀ ਫੱਬਦਾ ਉਹਨੂੰ, ਭਾਵ ਉਹ ਇਹਦੇ ਪਿੱਛੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਵੀ ਧਰਮੀ ਬੰਦੇ ਵੱਲ ਵੇਖੋ, ਉਹ ਇੱਕ ਦਿਨ ਪਾਠ ਕਰਦਾ ਹੈ, 4 ਦਿਨ ਕਰਦਾ ਹੈ, ਤੇ ਚੌਥੇ ਦਿਨ ਥੋੜੀ ਜਿਹੀ ਸਿਰ ਵਿੱਚ ਦਰਦ ਹੋ ਜਾਏ ਤੇ ਇਹਦੇ ਨਾਲ ਜੋੜ ਕੇ ਬਹਿ ਜਾਂਦਾ ਵੀ ਪਹਿਲਾਂ ਮੈਂ ਠੀਕ ਸੀ ਤੇ ਹੁਣ ਬਾਣੀ ਪੜ੍ਹਨਾ ਤੇ ਸਿਰ ਦਰਦ ਹੁੰਦਾ। ਜਾਂ ਮੈਂ ਗੁਰਦੁਆਰੇ ਜਾ ਰਿਹਾ ਸੀ, ਜਾਂ ਮੈਂ ਧਰਮ ਦੇ ਮਾਰਗ ਤੇ ਤੁਰਿਆ ਤੇ ਆ ਰੁਕਾਵਟ ਆ ਗਈ। ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਨੇ, ਉਹ ਕਹਿੰਦੇ ਨੇ ਤੇਰੇ ਨਾਲੋਂ ਤੇ ਅਮਲੀ ਦੇ ਵਿੱਚ ਤਾਕਤ ਜ਼ਿਆਦੀ ਹੈ। ਕਿਉਂ? ਅਮਲ ਖਾਂਦਾ ਹੈ, ਬਦਨਾਮੀ ਖੱਟਦਾ ਹੈ, ਘਰ ਦੀ ਜਾਇਦਾਦ ਵੇਚ ਕੇ ਖਾ ਜਾਂਦਾ ਹੈ, ਪਰ ਅਮਲ ਨਾਲੋਂ ਆਪਣੀ ਪ੍ਰੀਤ ਨਹੀਂ ਕਦੀ ਤੋੜਦਾ। ਇਹ ਉਦਾਹਰਨਾਂ ਸਾਰੀਆਂ। ਇੱਕ ਚੋਰ ਵੱਲ ਵੇਖ, ਉਹਨੇ ਚੋਰੀ ਕੀਤੀ, ਫੜਿਆ ਗਿਆ, ਥਾਣੇ ਗਿਆ, ਪਰਚਾ ਹੋ ਗਿਆ, ਤੇ ਉਹਨਾਂ ਨੇ ਕਿਹਾ ਵੀ ਇਹਦੀ ਅਜੇ ਜ਼ਮਾਨਤ ਨਹੀਂ ਹੋਣੀ। ਬੜਾ ਦੁੱਖ ਮਿਲਿਆ, ਘਰ ਦੇ ਜੀ ਪਿੱਛੇ ਕਲਪਦੇ ਰਹੇ, ਪਿੰਡ ਵਿੱਚ ਬਦਨਾਮੀ ਹੋਈ ਵੀ ਬੜਾ ਵੱਡਾ ਚੋਰ ਹੈ, ਗਲਤ ਕੰਮ ਕੀਤਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਚੋਰੀ ਚੋਰ ਨਾ ਪੱਲਰੇ, ਨਹੀਂ ਛੱਡੀ ਉਹਨੇ ਚੋਰੀ। ਮਹੀਨੇ ਬਾਅਦ ਜ਼ਮਾਨਤ ਹੋ ਗਈ, ਘਰਦਿਆਂ ਨੇ ਸੁੱਖ ਦਾ ਸਾਹ ਲਿਆ ਵੀ ਮਹੀਨੇ ਬਾਅਦ ਘਰ ਆਇਆ ਹੈ, ਤੇ ਸਾਰਿਆਂ ਨੂੰ ਮਿਲਿਆ ਗਿਲਿਆ, ਤੇ ਜਦੋਂ ਰਾਤ ਨੂੰ ਸਾਰੇ ਸੌਂ ਗਏ, ਅੱਧੀ ਰਾਤ ਫਿਰ ਉੱਠਿਆ, ਉਹਨੇ ਕਿਹਾ ਜੋ ਮਰਜ਼ੀ ਹੋ ਜਾ, ਚੋਰੀ ਨਹੀਂ ਛੱਡਣੀ, ਰਾਤ ਨੂੰ ਫਿਰ ਜਾ ਕੇ ਚੋਰੀ ਕਰ ਲਈ। ਕਿੰਨੇ ਕਿੰਨੇ ਕੇਸ ਚੱਲਦੇ ਨੇ। ਇੱਥੇ ਸਿਰਫ ਇਹ ਇਸ਼ਾਰਾ ਹੈ ਕਿ ਇੱਕ ਪਾਪ ਕਰਨ ਵਾਲਾ ਪਾਪ ਦੇ ਮਾਰਗ ਤੇ ਇੰਨੀ ਸ਼ਕਤੀ ਰੱਖਦਾ ਹੈ, ਇੰਨੀ ਇਕਾਗਰਤਾ ਰੱਖਦਾ ਹੈ। ਧਰਮ ਦੇ ਮਾਰਗ ਤੇ ਤੁਰਨ ਵਾਲਾ ਬੰਦਾ ਕਿੰਨਾ ਕੁ ਸਿਰ ਦੇਣ ਵਾਲਾ ਹੈ,
ਇਹਦੇ ਤੇ ਗੱਲ ਖੜੀ ਹੈ। ਧਰਮ ਕੋਈ ਖੇਡ ਨਹੀਂ ਹੈ। ਲੋਗਣ ਰਾਮ ਖਿਲੌਣਾ ਜਾਣਾ, ਪਰਮਾਤਮਾ ਦਾ ਰਸਤਾ ਕੋਈ ਖੇਡ ਨਹੀਂ। ਇੱਥੇ ਤੇ ਬੰਦਾ ਸ਼ਕਤੀ ਲਾਉਣਾ ਹੀ ਨਹੀਂ ਚਾਹੁੰਦਾ, ਵਿੱਚੋਂ ਵਿੱਚੋਂ ਮਨ ਹਿਲਦਾ ਰਹਿੰਦਾ ਹੈ, ਇਕਾਗਰਤਾ ਨਹੀਂ ਬਣਦੀ, ਟਿਕਾ ਨਹੀਂ ਬਣਦਾ, ਤੇ ਫਿਰ ਕਾਮਯਾਬੀ ਹਾਸਲ ਨਹੀਂ ਹੁੰਦੀ। ਚੋਰ ਵੱਲ ਵੇਖ ਕਿੰਨੀ ਸ਼ਕਤੀ ਲਾ ਦਿੱਤੀ। ਇਸ ਕਰਕੇ ਤੁਸੀਂ ਇਤਿਹਾਸ ਵੱਲ ਵੇਖੋ, ਜਿਹੜੇ ਲੋਕ ਪਾਪ ਬੜੇ ਵੇਗ ਵਿੱਚ ਕਰਦੇ ਸਨ, ਬੜੀ ਸ਼ਕਤੀ ਵਿੱਚ ਕਰਦੇ ਸਨ, ਜਿੱਦਣ ਉਹਨਾਂ ਦੀ ਇੱਛਾ ਸ਼ਕਤੀ ਦੇ ਵਿੱਚ ਉਹਨਾਂ ਦਾ ਮੂੰਹ ਮੋੜ ਦਿੱਤਾ ਤੇ ਓਨੀ ਸ਼ਕਤੀ ਤੇਜ਼ੀ ਦੇ ਨਾਲ ਉਹ ਬ੍ਰਹਮ ਗਿਆਨੀ ਬਣ ਗਏ। ਇਤਿਹਾਸ ਦੀਆਂ ਉਦਾਹਰਨਾਂ ਨੇ। ਆ ਭੂਮੀਏ ਚੋਰ, ਆਪਾਂ ਭੂਮੀਆ ਚੋਰ ਅਜੇ ਵੀ ਸ਼ਬਦ ਵਰਤਨੇ ਆ, ਪਰ ਚੋਰ ਤਾਂ ਨਹੀਂ ਰਿਹਾ। ਭੂਮੀਏ ਵਿੱਚ ਸ਼ਕਤੀ ਕਿਹੜੀ ਸੀ? ਗੁਰੂ ਨਾਨਕ ਸਾਹਿਬ ਜੀ ਮਿਲੇ, ਸ਼ਕਤੀ ਵਾਲਾ ਬੰਦਾ ਸੀ। ਪਹਿਲੀ ਗੱਲ ਤੇ ਤਾਕਤ ਵਾਲਾ ਬੰਦਾ ਆਪਣਾ ਅਵਗੁਣ ਮੰਨੇਗਾ ਵੀ ਮੇਰੇ ਵਿੱਚ ਇਹ ਅਵਗੁਣ ਹੈ। ਜਿੰਨਾ ਮਨ ਦਾ ਕਮਜ਼ੋਰ ਬੰਦਾ ਹੈ, ਉਹਨਾਂ ਆਪਣੇ ਅਵਗੁਣਾਂ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ। ਸਤਿਗੁਰੂ ਜੀ ਨੂੰ ਮਿਲਿਆ, ਕੀਰਤਨ ਸੁਣਿਆ, ਵਿਚਾਰ ਸੁਣੀ, ਤੇ ਜਦੋਂ ਵਿਚਾਰ ਸੁਣੀ ਤੇ ਸਾਧ ਸੰਗਤ ਜੀ ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਜਿਹੜਾ ਤੁਸੀਂ ਇੰਨੀ ਵੱਡੀ ਬਖਸ਼ਿਸ਼ ਕਹਿੰਦੇ ਹੋ ਪ੍ਰਮਾਤਮਾ ਦੇ ਦਰ ਤੋਂ ਮਿਲ ਸਕਦੀ ਏ, ਉਹ ਮੇਰੇ ਕੋਲ ਨਹੀਂ। ਆਪ ਜੀ ਮੈਨੂੰ ਨਾਮ ਦੀ ਦਾਤ ਦਿਓ। ਸਿੱਖੀ ਵਿੱਚ ਹੀ ਲਫ਼ਜ਼ ਚੱਲਦਾ ਵੀ ਨਾਮ ਦੀ ਦਾਤ ਦਿਓ, ਨਾਮ ਦੀ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਪੂਰਾ ਵੈਦ ਹੈ। ਵੈਦ ਉਹ ਹੁੰਦਾ ਜਿਹੜਾ ਮਰੀਜ਼ ਨੂੰ ਉਹ ਦਵਾਈ ਦੇ ਜਿਹਦਾ ਟਾਈਮ ਹੁੰਦਾ ਹੈ। ਸਤਿਗੁਰੂ ਨੇ ਵੇਖਿਆ ਮੰਗਦਾ ਦਾਨ ਨਾਮ ਹੈ, ਤੇ ਨਾਮ ਵਾਲਾ ਭਾਂਡਾ ਤੇ ਜੇ ਹੈ ਨਹੀਂ ਇਹਦੇ ਕੋਲ, ਪਹਿਲਾਂ ਭਾਂਡਾ ਬਣਨਾ ਚਾਹੀਦਾ। ਗੁਰੂ ਸਾਹਿਬ ਨੇ ਬਚਨ ਦਿੱਤੇ 3, क्योंकि एक गुरु का वचन है ते एक गुरु का शब्द है। वचन अंदर थां बनाउंदा है ते शब्द विच टिकदा है। शब्द वखरा है, वचन की है? वचन का मतलब है आपां हुण गुरु घर आए हां, उपदेश मिलिया, उपदेश मिलिया भी आ काम सिख ने करना, अमृत वेले जागना है, नितनेम करना है, बाणी पढ़नी है, सच बोलना है, किसी का हक नहीं खाना, सरल सादा जीवन जिउना है, सादा खाना है, सादा पहनना है। इनू कहंदे ने वचन मिल गया है। वचन तो बिना शब्द नहीं अंदर टिकदा। शब्द किहड़ा है? शब्द जदों सिख रसना नाल जपदा है, ओदी कमाई करदा है, ते अंदर एक थां बनदी, रस बनदा, ओनू शब्द किया गया बाणी। ये 2 चीजां ने, गुरु दा वचन ते गुरु का शब्द। सतगुरु ने वेख्या भी इस बंदे दे अंदर अजे थां ते है नहीं, मंगदा नाम है, पहला इहदे ते वचन इनू देना चाहिदा है। 3 वचन दिते सन। एक वचन ये दिता सी कि किसे दा लूण खा के ओदा बुरा ना करी, ये वचन सी गुरु दा। गरीब दे घर चोरी ना करी ते झूठ ना बोली, ये 3 वचन सन। ते वचन कमाना बड़ा औखा है। ਤੇ ਜਦੋਂ ਸਿੱਖ ਵਚਨ ਕਮਾ ਜਾਂਦਾ ਫਿਰ ਉਹ ਵਚਨ ਹੀ ਨਾਮ ਬਣ ਜਾਂਦਾ। 3 ਵਚਨ ਕੀਤੇ, ਝੂਠ ਨਹੀਂ ਬੋਲਣਾ, ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇੱਥੇ ਚੋਰੀ ਰੋਕੀ ਨਹੀਂ। ਵੇਖੋ ਸਮੇਂ ਦੇ ਮੁਤਾਬਕ ਗਿਆਨ ਦੀਆਂ ਬੜੀਆਂ ਤਹਿਾਂ ਨੇ। ਗੁਰਬਾਣੀ ਵਿੱਚ ਚੋਰੀ ਦਾ ਨਿਸ਼ੇਧ ਕੀਤਾ ਗਿਆ, ਪਰ ਭੂਮੀਏ ਨੂੰ ਮਹਾਰਾਜ ਇਸ਼ਾਰੇ ਮਾਤਰ ਇਹ ਨਹੀਂ ਕਹਿੰਦੇ ਵੀ ਚੋਰੀ ਬੰਦ ਕਰ ਦੇ। ਤੁਸੀਂ ਇਤਿਹਾਸ ਪੜ੍ਹ ਲਓ, ਹੁਣ ਇਤਿਹਾਸ ਤੇ ਪੜ੍ਹਨਾ ਹੀ ਪਏਗਾ ਨਾ। ਤੇ ਮੈਂ ਇਸ ਪਾਸੇ ਵੱਲ ਨਾ ਜਾ ਵੀ ਜਿਹੜੇ ਇਹ ਰੱਟ ਲਾਉਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਨਾ ਪੜੋ, ਇੱਥੇ ਹੀ ਸੱਚ ਹੈ ਸਾਰਾ। ਹੈ ਸੱਚ, ਪਰ ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਅੱਜ ਤੁਹਾਡੇ ਅੱਗੇ ਗਿਆਨ ਦੇ ਨਾਂ ਤੇ ਐਸਾ ਕੁਝ ਪਰੋਸਿਆ ਜਾ ਰਿਹਾ ਹੈ ਕਿ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਕਹਿ ਕੀ ਰਹੇ। ਮੁਲੰਮੇ ਤੇ ਗਹਿਣੇ ਨਹੀਂ ਹੁੰਦੇ, ਮੁਲੰਮੇ ਦਾ ਗਹਿਣਾ ਕਿਹਨੂੰ ਕਿਹਾ ਹੈ? ਥੱਲੇ ਪਿੱਤਲ ਹੁੰਦਾ ਹੈ, ਉੱਤੇ ਸੋਨਾ ਮਲ ਕੇ ਦੇ ਦਿੰਦੇ ਨੇ, ਉਹ ਚਮਕਦਾ ਉਦੋਂ ਵੀ ਜ਼ਿਆਦਾ ਹੈ। ਮੁਲੰਮੇ ਦਾ ਗਹਿਣਾ ਕੀ ਹੈ? ਪਾਲਿਸ਼ ਸੋਨੇ ਦੀ ਤੇ ਗਹਿਣਾ ਪਿੱਤਲ ਦਾ। ਇਹ ਜਿਹੜਾ ਗਿਆਨ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਤੁਸੀਂ ਕੁਝ ਨਹੀਂ ਪੜ੍ਹਨਾ, ਇਹਨੂੰ ਬੜੇ ਸਾਵਧਾਨਾ ਹੋ ਕੇ ਸੁਣਨਾ, क्योंकि तुसी उस वेले इस गल ते इमोशनल हो जाना है। होएगा ही सिख भी गुरु ग्रंथ साहब मेरा गुरु है, होए ने लोग, होए ने।
ਮੈਨੂੰ ਇੱਕ ਸੱਜਣ ਕਹਿੰਦਾ ਫਲਾਣੇ ਥਾਂ ਤੇ ਲੱਖਾਂ ਲੋਕ ਬਾਹਾਂ ਖੜੀਆਂ ਕਰਦੇ ਨੇ, ਕਹਿੰਦੇ ਗੱਲ ਬੜੀ ਸੱਚ ਦੀ ਏ। ਮੈਂ ਕਿਹਾ ਵੀ ਬੜੀ ਚੰਗੀ ਗੱਲ ਏ, ਸੱਚ ਦੀ ਗੱਲ ਹੋਵੇ ਤੇ ਬੜੀ ਚੰਗੀ ਏ, ਪਰ ਇਹਨਾਂ ਸੁਣਨ ਵਾਲਿਆਂ ਨੂੰ ਅਜੇ ਸਮਝ ਨਹੀਂ ਆਏਗੀ। 2-3 ਸਾਲ ਖਲੋ ਕੇ ਸਮਝ ਆਏਗੀ ਵੀ ਚੋਰ ਕਿਹੜੇ ਤਰੀਕੇ ਨਾਲ ਤੁਹਾਡੇ ਘਰ ਵੜ ਗਿਆ। ਕੀ ਕਿਹਾ ਗਿਆ? ਪਹਿਲਾਂ ਤੇ ਬੰਦੇ ਨੂੰ ਇਮੋਸ਼ਨਲ ਕਰ ਲਿਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਨਹੀਂ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ। ਤੇ ਜਦੋਂ ਇਹ ਕਹਿ ਦਿੱਤਾ ਫਿਰ ਹੌਲੀ ਹੌਲੀ ਕਹਿਣਗੇ ਬਾਹਰਲਾ ਸਾਰਾ ਕੁਝ ਛੱਡੋ, ਦਸਮ ਪਾਤਸ਼ਾਹ ਦੀ ਬਾਣੀ ਜਿੰਨਾ ਤੁਹਾਡਾ ਇਤਿਹਾਸ ਹੈ ਉਹ ਵੀ ਛੱਡ ਦਿਓ। ਇਹ ਬਚਨ ਚੰਗੇ ਕਿਉਂ ਲੱਗਦੇ ਨੇ? ਇਹ ਗੱਲਾਂ ਚੰਗੀਆਂ ਕਿਉਂ ਲੱਗਦੀਆਂ ਨੇ? ਇਹ ਗੱਲਾਂ ਸਾਧ ਸੰਗਤ ਜੀ ਪਿੱਤਲ ਦੇ ਉੱਤੇ ਸੋਨੇ ਦੀ ਪਾਲਿਸ਼ ਕਰਕੇ ਦਿੱਤੀਆਂ ਜਾ ਰਹੀਆਂ ਨੇ, ਤੇ ਉਹ ਜਿਹੜਾ ਗਹਿਣਾ ਹੁੰਦਾ ਨਕਲੀ ਗਹਿਣਾ ਦੂਜਿਆਂ ਨਾਲੋਂ ਜ਼ਿਆਦਾ ਚਮਕਦਾ ਹੈ। ਤੁਸੀਂ ਦੋਵੇਂ ਰੱਖ ਕੇ ਵੇਖ ਲੈਣਾ, ਨਕਲੀ ਗਹਿਣਾ ਜ਼ਿਆਦਾ ਚਮਕੇਗਾ, ਨਕਲੀ ਗਿਆਨ ਵੀ ਜ਼ਿਆਦਾ ਚਮਕੇਗਾ, ਜਿਹੜਾ ਅਸਲੀਅਤ ਵਿੱਚ ਸ਼ਾਇਦ ਕਿਤੇ ਧੁਆਖਿਆ ਵੀ ਹੋਵੇ। ਹਾਂ, ਅਸੀਂ ਇਹ ਕਹਿ ਸਕਨੇ ਆ ਵੀ ਕਿਤੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕੁਝ ਹੋ ਜਾਏ ਜਿਹੜਾ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਉਹਨੂੰ ਅਸੀਂ ਕੰਡਮ ਕਰ ਸਕਨੇ ਆ, ਕੋਈ ਹਰਜ ਨਹੀਂ। ਪਰ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਪ੍ਰਤੱਖ ਮੌਜੂਦ ਨੇ ਉਹਨਾਂ ਬਾਰੇ ਕਹਿਣਾ, ਇਹ ਸਾਡੀ ਜ਼ਿੰਦਗੀ ਆਪਣੀ ਨਾਲ ਵੀ ਧੋਖਾ ਹੈ ਤੇ ਅਸੀਂ ਲੋਕਾਂ ਨਾਲ ਵੀ ਧੋਖਾ ਕਰ ਰਹੇ ਹਾਂ। ਇਸ ਕਰਕੇ ਇਹ ਇਤਿਹਾਸ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਹਾ ਤੂੰ ਗਰੀਬ ਦੇ ਘਰ ਚੋਰੀ ਨਹੀਂ ਕਰਨੀ। ਇਹ ਨਹੀਂ ਕਿਹਾ ਵੀ ਅਮੀਰ ਦੇ ਘਰ ਕਰ ਲੈਣੀ ਹੈ, ਉਹਨੂੰ ਓਪਨ ਰੱਖ ਦਿੱਤਾ, ਉਹ ਤੇਰੀ ਮਰਜ਼ੀ ਹੈ, ਕਿਉਂਕਿ ਉਹਦੇ ਰਾਹੀਂ ਉਹਨੂੰ ਲਿਆਉਣਾ ਸੀ। ਤੇ ਤੀਸਰਾ, ਲੂਣ ਖਾ ਕੇ ਹਰਾਮ ਨਹੀਂ ਕਰਨਾ। ਮੈਂ ਹਿੰਮਤ ਦੀ ਗੱਲ ਕਰ ਰਿਹਾ। ਸਤਿਗੁਰੂ ਚਲੇ ਗਏ, 1 ਮਹੀਨਾ ਕੁਤੇ ਕੱਢ ਗਿਆ ਭੂਮੀਆਂ ਵੀ ਚੋਰੀ ਨਹੀਂ ਕਰਨੀ। ਗੁਰੂ ਸਾਹਿਬ ਨੇ ਰੋਕਿਆ ਸੀ ਚੋਰੀ ਨਾ ਕਰਿਆ ਕਰ, ਚੋਰੀ ਛੁੱਟਦੀ ਨਹੀਂ ਸੀ। ਤਾਂ ਮਹਾਰਾਜ ਨੇ 3 ਵਚਨ ਦੇ ਦਿੱਤੇ। ਇੱਕ ਦਿਨ ਰਾਤ ਨੂੰ ਰਿਹਾ ਨਾ ਗਿਆ, ਇਹ ਵੀ ਇੱਕ ਰਸ ਬਣ ਜਾਂਦਾ ਚੋਰੀ ਕਰਨ ਦਾ। ਉੱਠਿਆ, ਚੰਗੇ ਵਸਤਰ ਪਾਏ, ਸਿੱਧਾ ਰਾਜੇ ਦੇ ਦਰਵਾਜ਼ੇ ਤੇ ਚਲਾ ਗਿਆ। ਅੱਗੇ ਦਵਾਰਪਾਲ ਖੜਾ, ਪਹਿਰੇਦਾਰ। ਉਹ ਕਹਿੰਦਾ ਆਪ ਜੀ ਕੌਣ ਹੋ? ਜਦੋਂ ਉਹਨੇ ਪੁੱਛਿਆ ਨਾ ਕੌਣ, ਤੇ ਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਆ ਗਿਆ ਵੀ ਝੂਠ ਨਹੀਂ ਬੋਲਣਾ। ਕਹਿਣ ਲੱਗਾ ਮੈਂ ਚੋਰ ਹਾਂ। ਜਦੋਂ ਕਿਹਾ ਨਾ ਵੀ ਚੋਰ ਹਾਂ, ਤੇ ਉਹ ਪਹਿਰੇਦਾਰ ਕਹਿੰਦਾ ਵੀ ਅੱਜ ਤੱਕ ਇਹ ਤੇ ਸੁਣੇ ਨਹੀਂ ਵੀ ਚੋਰ ਵੀ ਕਹਿੰਦੇ ਹੁਣ ਅਸੀਂ ਚੋਰ ਹਾਂ। ਚੋਰ ਤੇ ਕਦੀ ਕਹਿੰਦੇ ਨਹੀਂ, ਚੋਰ ਤੇ ਆਪਣੇ ਆਪ ਨੂੰ ਚੰਗਾ ਸਿੱਧ ਕਰਦੇ ਨੇ। ਨਹੀਂ, ਇਹ ਕੋਈ ਬਾਦਸ਼ਾਹ ਦਾ ਨਜ਼ਦੀਕੀ ਅੰਦਰ ਜਾਣ ਦਿੱਤਾ। ਅੰਦਰ ਗਹਿਣੇ ਇਕੱਠੇ ਕੀਤੇ, ਭਾਂਡੇ ਵਿੱਚ ਨਮਕ ਪਿਆ ਸੀ, ਚੁੱਕ ਕੇ ਉਹ ਖਾ ਲਿਆ। ਤੇ ਗੁਰੂ ਨਾਨਕ ਫਿਰ ਚੇਤੇ ਆ ਗਏ। ਬਾਬੇ ਨਾਨਕ ਨੇ ਕਿਹਾ ਸੀ ਕਿਸੇ ਦਾ ਲੂਣ ਖਾ ਕੇ ਉਹਦਾ ਮਾੜਾ ਨਾ ਕਰੀ। ਬੰਨੇ ਬਣਾਏ ਗਹਿਣੇ ਉੱਥੇ ਰੱਖ ਕੇ ਵਾਪਸ ਚਲੇ ਗਏ। ਤੇ ਜਦੋਂ ਵਾਪਸ ਗਿਆ ਘਰ, ਅਗਲੇ ਦਿਨ ਬਾਦਸ਼ਾਹ ਨੇ ਵੇਖਿਆ ਵੀ ਚੋਰ ਕਿਵੇਂ ਦਾ, ਵੀ ਜਿਹੜਾ ਚੋਰੀ ਇਕੱਠੀ ਕਰਕੇ ਘਰ ਹੀ ਰੱਖ ਗਿਆ। ਖੋਜ ਹੋਈ, ਤੇ ਖੋਜ ਜਦੋਂ ਹੋਈ ਫਿਰ ਇੱਕ ਪਾਸਿਓਂ ਸਾਰਿਆਂ ਦੀ ਕੁੱਟਮਾਰ ਸ਼ੁਰੂ ਹੋ ਗਈ। ਗਰੀਬ ਮਾਰ ਹੋਣ ਲੱਗੀ, ਮਾਰ ਕੁੱਟ ਸ਼ੁਰੂ ਹੋ ਗਈ, ਤਬਦੀਸ਼ ਸ਼ੁਰੂ ਹੋ ਗਈ। ਗਰੀਬ ਬੰਦੇ ਮਾਰੇ ਕੁੱਟੇ ਜਾਣ ਲੱਗੇ। ਭੂਮੀਏ ਨੂੰ ਪਤਾ ਲੱਗਾ, ਉੱਠ ਕੇ ਘਰੋਂ ਬਾਹਰ ਆ ਗਿਆ। ਕੁੱਟਮਾਰ ਕਰਨ ਵਾਲਿਆਂ ਨੂੰ ਕਹਿੰਦੇ ਠਹਿਰੋ, ਸਿੱਧਾ ਬਾਦਸ਼ਾਹ ਕੋਲ ਚਲਾ ਗਿਆ। ਕਹਿਣ ਲੱਗਾ ਚੋਰੀ ਮੈਂ ਕੀਤੀ, ਇਹਨਾਂ ਨੂੰ ਛੱਡ ਦੇ। ਇਹ ਸੱਚ ਦਾ ਨਤੀਜਾ ਹੈ। ਬਾਦਸ਼ਾਹ ਕਹਿੰਦਾ ਵੀ ਨਵਾਂ ਚੋਰ ਵੇਖਿਆ ਜਿਹੜਾ ਪਹਿਲਾਂ ਗਹਿਣੇ ਇਕੱਠੇ ਕਰਕੇ ਉਹ ਵੀ ਛੱਡ ਗਿਆ, ਤੇ ਦਰਵਾਜ਼ੇ ਤੇ ਆ ਕੇ ਆਪ ਕਹਿੰਦਾ ਮੈਂ ਚੋਰ ਹਾਂ। ਤੇ ਅੱਜ ਦੂਜਿਆਂ ਨੂੰ ਮਾਰ ਪੈਂਦੀ ਏ, ਤੇ ਬਾਹਰ ਨਿਕਲ ਕੇ ਤੂੰ ਕਿਹਾ ਵੀ ਚੋਰੀ ਮੈਂ ਕੀਤੀ। ਤੂੰ ਕਿਹੜੇ ਗੁਰੂ ਤੋਂ ਸਿੱਖਿਆ ਲਈ ਏ? ਭੂਮੀਏ ਨੇ ਕਿਹਾ ਮੈਂ ਗੁਰੂ ਨਾਨਕ ਦੀ ਸਿੱਖਿਆ ਤੇ ਚੱਲਿਆ। ਉਹਨੇ ਕਿਹਾ ਮੈਨੂੰ ਵੀ ਮਿਲਾ। ਸਤਿਗੁਰੂ ਦਾ ਉਪਦੇਸ਼ ਦਿੱਤਾ ਤੇ ਰਾਜਾ ਸੁਖੀ ਹੋਇਆ, ਤੇ ਰਾਜੇ ਨੇ ਉਹਨੂੰ ਆਪਣਾ ਖਾਸ ਵਜ਼ੀਰ ਰੱਖਿਆ। ਪਰ ਜਿਹੜੀ ਮੈਂ ਗੱਲ ਵਿੱਚੋਂ ਕਹਿਣੀ ਚਾਹੁੰਦਾ, ਇਹ ਸ਼ਕਤੀ ਕਿੱਥੋਂ ਆਈ? ਇਹ ਸ਼ਕਤੀ ਉਹਦੀ ਤਾਕਤ ਦੇ ਨਾਲ ਪੈਦਾ ਹੋਈ। ਹਰ ਜਨ ਕੋ ਇਹੀ ਸੁਹਾਵੈ, ਇਹੀ ਚੰਗਾ ਲੱਗਦਾ ਹੈ। ਰੱਬ ਦੇ ਪਿਆਰੇ ਉਸ ਸ਼ਕਤੀ ਨਾਲ ਤੁਰਦੇ ਹਨ। ਭੀਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਉਹਨਾਂ ਦੀ ਗੁਰਮੁਖਾਂ ਦੀ ਇੱਛਾ ਬਣ ਜਾਂਦੀ ਕਿ ਗੁਰੂ ਕੀ ਸੇਵਾ, ਗੁਰੂ ਕੇ ਹੁਕਮ ਤੇ ਤੁਰਨਾ, ਤੇ ਪ੍ਰਮਾਤਮਾ ਨੂੰ ਨੇੜੇ ਵੇਖ ਕੇ ਸੇਵਾ ਕਰਨੀ, ਸਤਿਗੁਰੂ ਨੂੰ ਕੋਲ ਜਾਣਨਾ,
ਤੇ ਕੀਰਤਨ ਨਾਲ ਆਪਣੇ ਆਪ ਨੂੰ ਤ੍ਰਿਪਤ ਕਰ ਲੈਣਾ। ਰਹਾਉ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ। ਜਿਵੇਂ ਇੱਕ ਅਮਲੀ ਆਪਣੇ ਅਮਲ ਵਾਸਤੇ ਸਾਰੀ ਜਾਇਦਾਦ ਵੇਚ ਦਿੰਦਾ ਹੈ, ਉਹਦੇ ਪਿੱਛੇ ਸਭ ਕੁਝ ਲਾ ਦਿੰਦਾ। ਜਿਵੇਂ ਇੱਕ ਜ਼ਮੀਨ ਵਾਲਾ ਦਿਨ ਰਾਤ ਜ਼ਮੀਨ ਬਣਾਉਣ ਵਾਸਤੇ ਕਈ ਵਾਰੀ ਰੋਟੀ ਵੀ ਛੱਡ ਦਿੰਦਾ ਹੈ, ਕਈ ਵਾਰੀ ਬੜੀ ਮਿਹਨਤ ਕਰਦਾ ਹੈ ਜ਼ਮੀਨ ਪ੍ਰਾਪਤ ਕਰਨ ਵਾਸਤੇ। ਹੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ। ਖੀਰ ਦਾ ਅਰਥ ਹੈ ਦੁੱਧ। ਜਿਵੇਂ ਬੱਚੇ ਦੀ ਬਹੁਤ ਜ਼ਿਆਦਾ ਰੁਚੀ ਮਾਂ ਦੇ ਦੁੱਧ ਨਾਲ ਹੁੰਦੀ ਹੈ, ਉਹਦੇ ਪਿੱਛੇ ਹੀ ਆਪਣੇ ਸਾਰੇ ਜੀਵਨ ਦੀ ਸ਼ਕਤੀ ਲਾ ਦਿੰਦਾ ਪੀਣ ਵਾਸਤੇ। ਇਸ ਤਰ੍ਹਾਂ ਰੱਬ ਦਾ ਪਿਆਰਾ ਗੁਰਬਾਣੀ ਦੇ ਵਿੱਚੋਂ ਨਾਮ ਰੂਪੀ ਦੁੱਧ ਪੀਂਦਾ ਹੈ। ਵਿਦਿਆ ਮਹਿ ਵਿਦਵਾਨਸੀ ਰਚਿਆ ਨੈਣ ਦੇਖ ਸੁਖ ਪਾਵਹੇ। ਵਿਦਿਆ ਦੇ ਵਿੱਚ ਵਿਦਵਾਨ ਜਿਹੜਾ ਦਿਨ ਰਾਤ ਵਿਦਿਆ ਵਿੱਚ ਹੀ ਰਚਿਆ ਰਹਿੰਦਾ ਹੈ, ਪੜ੍ਹਨ ਵਿੱਚ ਉਹਦੀ ਰੁਚੀ ਬਣ ਜਾਂਦੀ ਹੈ। ਤੇ ਜਿਹਨੂੰ ਵੇਖਣ ਦਾ ਰਸ ਹੈ ਉਹ ਅੱਖ ਦੇ ਦ੍ਰਿਸ਼ਾਂ ਦੇ ਉੱਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ ਹੈ। ਉਹ ਵੀ ਵੇਖ ਲੈਂਦਾ ਹੈ। ਜੋ ਨਹੀਂ ਵੇਖਣ ਵਾਲਾ ਉਸ ਰਸ ਵਿੱਚ ਸਾਰਾ ਜੀਵਨ ਲਾ ਦਿੰਦਾ ਹੈ। ਜੈਸੀ ਰਸਨਾ ਸਾਧ ਲੁਬਾਨੀ ਤਿਉ ਹਰ ਜਨ ਹਰ ਗੁਣ ਗਾਵਹੇ। ਜਿਵੇਂ ਇੱਕ ਭੁੱਖਾ ਭੋਜਨ ਨੂੰ ਦੌੜਦਾ ਤੇ ਬੜੇ ਸਵਾਦ ਨਾਲ ਖਾਂਦਾ ਹੈ, ਇਸ ਤਰ੍ਹਾਂ ਗੁਰੂ ਕਾ ਪਿਆਰਾ ਗੁਰਮੁਖ ਬਾਣੀ ਪੜ੍ਹਦਾ ਹੈ ਇੰਨੇ ਸਵਾਦ ਨਾਲ, ਇੰਨੀ ਇੱਛਾ ਨਾਲ ਦੌੜ ਕੇ ਜਾਂਦਾ ਹੈ, ਭੱਜ ਕੇ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਭੁੱਖ ਲੱਗੀ ਹੈ। ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ। ਤੇ ਪ੍ਰਮਾਤਮਾ ਦਾ ਦਰ ਇਸ ਤਰ੍ਹਾਂ ਦਾ ਸਾਰੇ ਸਰੀਰਾਂ ਵਿੱਚ ਉਹ ਵਸਦਾ ਹੈ ਤੇ ਜਿਵੇਂ ਦੀ ਭੁੱਖ ਲੱਗਦੀ ਏ ਉਸ ਭੁੱਖ ਦੇ ਮੁਤਾਬਕ ਹੀ ਉਹਦੀ ਇੱਛਾ ਪੂਰੀ ਕਰਦਾ ਹੈ। ਇਹਦੇ ਉੱਤੇ ਸਾਰਾ ਸ਼ਬਦ ਕੇਂਦਰਿਤ ਹੈ। ਅੱਜ ਦਾ ਸਾਰਾ ਸਿਧਾਂਤ ਇਹ ਹੈ ਕਿ ਆਪਣੇ ਆਪ ਨੂੰ ਚੈੱਕ ਕਰਨਾ, ਮੇਰੇ ਅੰਦਰ ਭੁੱਖ ਕਾਦੀ ਹੈ। ਇੱਕ ਸਾਡੇ ਲਫ਼ਜ਼ ਨੇ, ਮੈਂ ਬਾਹਰੋਂ ਕਹਿਣਾ ਮੈਨੂੰ ਨਾਮ ਚਾਹੀਦਾ, ਮੈਨੂੰ ਆ ਚਾਹੀਦਾ, ਪਰ ਮਹਾਰਾਜ ਕਹਿੰਦੇ ਮਨ ਦੇ ਅਚੇਤਨ ਮਨ ਵੱਲ ਵੇਖ, ਜੋ ਡੂੰਘੇ ਵਿੱਚ ਛੁਪ ਕੇ ਬੈਠਾ ਹੈ, ਉਹ ਤੇਰੀ ਇੱਛਾ ਕੀ ਹੈ? ਕੀ ਪ੍ਰਮਾਤਮਾ ਵਾਸਤੇ ਤੇਰੇ ਅੰਦਰ ਕੋਈ ਇੱਛਾ ਹੈ, ਉਹਦਾ ਪਿਆਰ ਹੈ? ਤੇ ਸਤਿਗੁਰੂ ਜੀ ਨੇ ਕਿਹਾ ਜਿਨ੍ਹਾਂ ਦੇ ਅੰਦਰ ਉਹਦੀ ਪਿਆਸ ਲੱਗੀ ਏ, ਜਿੱਦਣ ਉਹਦੀ ਭੁੱਖ ਲੱਗ ਗਈ ਉਦਣ ਦੁੱਖ ਸਾਰੇ ਚਲੇ ਜਾਣਗੇ। ਜਿੱਦਣ ਉਹਦੀ ਭੁੱਖ ਲੱਗੀ ਔਰ ਉਹਨਾਂ ਵਿੱਚ ਲੋਚ ਪੈਦਾ ਹੋਈ ਏ, ਆਓ ਸਤਿਗੁਰੂ ਜੀ ਦੇ ਦਰ ਦੇ ਉੱਤੇ ਇੱਕ ਅਰਦਾਸ ਕਰੀਏ ਸ਼ਬਦ ਦੇ ਰੂਪ ਵਿੱਚ। ਸਾਰਿਆਂ ਨੇ ਕਿਰਪਾ ਕਰਨੀ ਕਿ ਆਪ ਕਿਰਪਾ ਕਰੋ, ਉਹ ਬਖਸ਼ਿਸ਼ ਕਰੋ, ਉਹ ਲੋਚ ਪੈਦਾ ਕਰੋ। ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ। ਹਰ ਮਿਲਣਾ ਨੂੰ ਮਨ ਲੋਚਦਾ, ਹਰ ਮਿਲਣਾ ਨੂੰ ਮਨ ਲੋਚਦਾ, ਹਰ ਮਿਲਣਾ ਨੂੰ ਮਨ ਲੋਚਦਾ, ਹਰ ਮਿਲਣ 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 ਨੂੰ ਮਨ ਲੋਚਦਾ। ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਮਿਲਾਵਨ ਹਾਰ, ਹਰ ਮਿਲਣ ਨੂੰ ਮਨ ਲੋਚਦਾ, ਹਰ ਮਿਲਣ ਨੂੰ ਮਨ ਲੋਚਦਾ, ਹਰ ਮਿਲਣ ਨੂੰ ਮਨ ਲੋਚਦਾ, ਹਰ ਮਿਲਣ ਨੂੰ ਮਨ ਲੋਚਦਾ। ਸਾਵਣ ਸਰਸੀ ਕਾਮਣੀ, ਸਾਵਣ ਸਰਸੀ ਕਾਮਣੀ, ਸਾਵਣ ਸਰਸੀ ਕਾਮਣੀ, ਸਾਵਨ ਸਰਸੀ ਕਾਮਣੀ। ਚਰਨ ਕਮਲ ਸਿਉ ਪਿਆਰ, ਚਰਨ ਕਮਲ ਸਿਉ ਪਿਆਰ, ਚਰਨ ਕਮਲ ਸਿਉ ਪਿਆਰ,
ਚਰਨ ਕਮਲ ਸਿਉ ਪਿਆਰ। ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਨ ਨੂੰ ਮਨ ਲੋਚਦਾ, ਹਰ ਮਿਲਨ ਨੂੰ ਮਨ ਲੋਚਦਾ। ਜੈਸੀ ਭੂਖ ਤੈਸੀ ਕਾ ਪੂਰਕ, ਭੁੱਖ ਬਣੇ ਪਹਿਲਾਂ ਪੂਰੀ ਕਰਦਿਆਂ ਦੇਰ ਨਹੀਂ ਲੱਗਦੀ। ਸਗਲ ਘਟਾ ਕਾ ਸੁਆਮੀ ਮਾਲਕ ਹੈ ਜੀ। ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਪੁੱਛਣ ਵਾਲੇ ਦਾ ਜਵਾਬ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਿੰਦੇ ਨੇ। ਕਹਿੰਦੇ ਭਾਈ ਪਹਿਲਾਂ ਪਿਆਸ ਲੱਗੀ ਸੀ ਫਿਰ ਮਿਲਿਆ, ਤੇ ਪਿਆਸ ਲੱਗਣ ਵਾਸਤੇ ਸਾਰੀ ਸਾਧਨ ਹੈ। ਪਿਆਸ ਲੱਗ ਜਾਏ, ਪਿਆਸ ਕਿਵੇਂ ਲੱਗੇ ਇਹਦੇ ਵਾਸਤੇ ਨਿਤਨੇਮ, ਸੇਵਾ, ਜਪ, ਵਿਚਾਰ, ਕੀਰਤਨ, ਇਹ ਸਾਰਾ ਅਭਿਆਸ ਪਿਆਸ ਲਈਏ। ਜਿੱਦਣ ਪਿਆਸ ਲੱਗ ਗਈ ਉਦਣ ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ बीच ना आयो। वो प्यास करन पैदा करन दा जेड़ा तरीका है वो की है, सतगुरु कहंदे ने अंतरजामी प्रभु मिलिया। आओ उस प्यास नू पैदा करन दी गुरु चरना दे विच कोशिश करिए। सारियां ने शब्द विच बोलन दी कोशिश करनी। वाहे गुरु 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 वाहे गुरु
ਵਾਹਿਗੁਰੂ 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 ਵਾਹਿਗੁਰੂ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। जैसी भूख तैसी का पूरक सगल घटा का स्वामी। नानक प्यास लगी दर्शन की प्रभ मिलिया अंतर जामी। वाहिगुरु जी का खालसा वाहिगुरु जी की फतेह।